सतनाम श्री वाहिगुरु जी। होवै सिफत खसम दी, नूर अरसों कुरसों झटिया। तुद डिठे सच्चे पातशाह, मल जन्म जन्म दी कटिया। सतनाम श्री वाहिगुरु जी। सतनाम श्री वाहिगुरु जी। मन राम नामा बेदियाले, जैसे कनक कला चित मांडियाले। परम सत्कारयोग, परम सन्मान योग गुरु की साजी निवाजी गुरसिख साध संगत जी। वडभागे हाँ जिन्हां नूं धन श्री गुरु ग्रंथ साहिब महाराज इन्हां ने अपनी पावन और पवित्र चरण शरण का वडभाग समा बख्शिश किया है। सतगुरु जी पावन पवित्र फरमान करते हैं। पातशाह जी आखते ने मन राम नामा बेदियाले, जैसे कनक कला चित मांडियाले। भगत नामदेव जी उन्हां दी पावन और पवित्र रसना तो उचारण किए हुए ये पावन बचन भगत नामदेव जी फरमान करते ने। वो आखते ने कि मेरा मन उस वाहिगुरु दे नाम दे नाल इस तरह अभेद हो गया। मेरा मन इस तरह उस प्रभु दे नाल जुड़ गया है कि जैसे कनक कला चित मांडियाले। भाव साध संगत जो साढ़े चों लगभग सारिਆਂ ने कदी ना कदी सुनियार दे कोल जाके कोई सोने का गहना, कोई चांदी का गहना, ये साध संगत जी साढ़े सारिਆਂ चों असी कदी ना कदी सुनियार दे कोल जरूर गए हैं अपने जीवन दे विच। ते ध्यान करिए जदों असी सुनियार दे कोल गए
ਤੇ ਸਾਧ ਸੰਗਤ ਜੀ ਉਹ ਸੁਨਿਆਰ ਦੇ ਕੋਲ ਅਸੀਂ ਗਏ, ਜਾ ਕੇ ਬੈਠੇ ਤੇ ਸਾਨੂੰ ਸਾਡੀ ਜਾਣ ਪਛਾਣ ਦੇ ਮੁਤਾਬਕ, ਸਾਡੀ ਆਓ ਭਗਤ ਦੇ ਮੁਤਾਬਕ ਸੁਨਿਆਰ ਨੇ ਸਾਨੂੰ ਚਾਹ ਪਾਣੀ ਵੀ ਪੁੱਛਿਆ। ਚਾਹ ਪਾਣੀ ਆ ਵੀ ਗਿਆ ਤੇ ਅਸੀਂ ਸੁਨਿਆਰ ਦੀ ਦੁਕਾਨ ਤੇ ਬੈਠੇ ਚਾਹ ਪਾਣੀ ਛਕ ਰਹੇ ਹਾਂ। ਸੁਨਿਆਰ ਵੀ ਸਾਡੇ ਨਾਲ ਗੱਲਾਂ ਕਰ ਰਿਹਾ, ਭਾਵੇਂ ਅਸੀਂ ਉੱਥੇ 10 ਮਿੰਟ ਬਹੀਏ, 15 ਮਿੰਟ ਬਹੀਏ ਜਾਂ ਘੰਟਾ ਕਿਉਂ ਨਾ ਬਹਿਣਾ ਪਏ ਸਾਨੂੰ ਸੁਨਿਆਰ ਦੇ ਕੋਲ। ਉਹ ਸੁਨਿਆਰ ਸਾਧ ਸੰਗਤ ਜੀ ਉਹ ਸਾਡੇ ਨਾਲ ਗੱਲਾਂ ਵੀ ਕਰਦਾ ਰਹਿੰਦਾ ਤੇ ਨਾਲ ਦੀ ਨਾਲ ਆਪਣਾ ਸੋਨੇ ਦੀ ਕਢਾਈ ਦਾ, ਚਾਂਦੀ ਦੀ ਕਢਾਈ ਦਾ ਉਹ ਸਾਧ ਸੰਗਤ ਜੀ ਉਹ ਨਾਲ ਦੀ ਨਾਲ ਕੰਮ ਵੀ ਕਰਦਾ ਰਹਿੰਦਾ। ਤੇ ਭਗਤ ਨਾਮਦੇਵ ਜੀ ਆਖਦੇ ਨੇ ਕਿ ਜਿਵੇਂ ਉਹ ਸੁਨਿਆਰ ਸਾਡੇ ਨਾਲ ਗੱਲਾਂ ਵੀ ਕਰਦਾ ਰਹਿੰਦਾ ਪਰ ਉਹਦਾ ਧਿਆਨ ਮੁਕੰਮਲ ਰੂਪ ਦੇ ਵਿੱਚ, ਬਿਲਕੁਲ ਸੰਪੂਰਨ ਰੂਪ ਦੇ ਵਿੱਚ ਸੁਨਿਆਰ ਦਾ ਧਿਆਨ ਸਾਧ ਸੰਗਤ ਜੀ ਉਹ ਗਹਿਣੇ ਘੜਨ ਦੇ ਵਿੱਚ ਹੁੰਦਾ। ਪਤਾ ਕਿਉਂ? ਕਿਉਂਕਿ ਆਪ ਜੀ ਨੇ ਸੁਣਿਆ ਹੋਣਾ ਵੀ ਸੁਨਿਆਰ ਹੁੰਦੇ ਨੇ ਨਾ, ਜਿਹੜੇ ਸੁਨਿਆਰੇ ਹੁੰਦੇ ਨੇ, ਜਿਹੜੇ ਸਾਧ ਸੰਗਤ ਜੀ ਉਹ ਆਪਣੀ ਦੁਕਾਨ ਦਾ ਕੂੜਾ ਕਦੀ ਬਾਹਰ ਨਹੀਂ ਸੁੱਟਦੇ। ਜਿਹੜੇ ਸੁਨਿਆਰ ਹੁੰਦੇ ਨੇ ਉਹ ਵਿਸ਼ੇਸ਼ ਰੂਪ ਦੇ ਵਿੱਚ ਜਿੱਥੇ ਬਹਿ ਕੇ ਆਪਣੇ ਉਹ ਗਹਿਣੇ ਘੜਦੇ ਨੇ, ਉਸ ਜਗ੍ਹਾ ਦਾ ਕੂੜਾ ਉਹ ਬਾਹਰ ਨਹੀਂ ਸੁੱਟਦੇ ਜਦੋਂ ਤੱਕ ਉਹ ਪੂਰੀ ਤਰ੍ਹਾਂ ਨਿਰਖ ਪਰਖ ਨਾ ਕਰ ਲੈਣ ਵੀ ਇਹਦੇ 'ਚ ਕਿਤੇ ਕੋਈ ਚਾਂਦੀ ਦਾ ਟੁਕੜਾ, ਕੋਈ ਸੋਨੇ ਦਾ ਕੋਈ ਸੂਖਸ਼ਮ ਕਣ ਤਾਂ ਨਹੀਂ ਕਿਤੇ ਚਲਾ ਗਿਆ। ਤਾਂ ਭਗਤ ਜੀ ਆਖਦੇ ਨੇ ਵੀ ਸੋਨਾ ਇੰਨੀ ਮਹਿੰਗੀ ਚੀਜ਼ ਏ, ਇੰਨੀ ਮਹਿੰਗੀ ਧਾਤ ਏ, ਤੇ ਜੇ ਉਹਦਾ ਮਿਲੀਗ੍ਰਾਮ ਦੇ ਵਿੱਚ ਵੀ ਜਾਂ ਪ੍ਰੀ ਮਿਲੀਗ੍ਰਾਮ ਦਾ ਵੀ ਕੋਈ ਹਿੱਸਾ ਥੱਲੇ ਡਿੱਗ ਪਿਆ ਤੇ ਸਾਧ ਸੰਗਤ ਜੀ ਸੁਨਿਆਰ ਨੂੰ ਵੱਡਾ ਘਾਟਾ ਪੈ ਜਾਣਾ, ਕਿਉਂਕਿ ਸੋਨਾ ਇੱਕ ਇੰਨੀ ਮਹਿੰਗੀ ਧਾਤ ਏ ਵੀ ਜੇ ਉਹਦਾ ਸੂਖਸ਼ਮ ਜਿਹਾ ਵੀ ਹਿੱਸਾ ਥੱਲੇ ਡਿੱਗ ਪਿਆ ਤੇ ਸੁਨਿਆਰ ਇਹ ਬਰਦਾਸ਼ਤ ਨਹੀਂ ਕਰ ਸਕਦਾ ਵੀ ਸੋਨੇ ਦਾ ਕੋਈ ਕੰਮ ਕਰਦਿਆਂ ਹੋਇਆਂ, ਗੱਲਾਂ ਕਰਦਿਆਂ ਹੋਇਆਂ ਕੋਈ ਸੋਨੇ ਦਾ ਕੋਈ ਅੰਸ਼, ਕੋਈ ਸੋਨੇ ਦਾ ਕੋਈ ਪੀਸ ਥੱਲੇ ਡਿੱਗ ਪਵੇ। ਤੇ ਇਸ ਕਰਕੇ ਮੁਕੰਮਲ ਰੂਪ ਦੇ ਵਿੱਚ ਸੁਨਿਆਰ ਦਾ ਧਿਆਨ ਸਾਡੇ ਵੱਲ ਨਹੀਂ ਬਲਕਿ ਆਪਣੇ ਸੋਨੇ ਦੀ ਕਢਾਈ ਦੇ ਵਿੱਚ ਹੁੰਦਾ ਹੈ। ਤੇ ਭਗਤ ਨਾਮਦੇਵ ਜੀ ਆਖਦੇ ਨੇ ਭਗਤ ਤ੍ਰਿਲੋਚਨ ਜੀ ਹੋਰਾਂ ਨੂੰ, ਦਰਅਸਲ 'ਚ ਇਹ ਸ਼ਬਦ ਉਚਾਰਨ ਕਰਨ ਤੋਂ ਪਹਿਲਾਂ ਹੋਇਆ ਇਸ ਤਰ੍ਹਾਂ ਕਿ ਭਗਤ ਨਾਮਦੇਵ ਜੀ ਔਰ ਭਗਤ ਤ੍ਰਿਲੋਚਨ ਜੀ ਸਾਧ ਸੰਗਤ ਜੋ ਦੋਵਾਂ ਮਹਾਂਪੁਰਖਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਦੇ ਵਿੱਚ ਦਰਜ ਹੈ ਤੇ ਦੋਵੇਂ ਆਪਸ ਦੇ ਵਿੱਚ ਉਂਝ ਵੀ ਸੱਜਣ ਮਿੱਤਰ ਸਨ, ਇੱਕ ਦੂਜੇ ਕੋਲ ਆ ਕੇ ਬਹਿ ਜਾਇਆ ਕਰਦੇ ਸਨ, ਸਤ ਸੰਗਤ ਕਰਿਆ ਕਰਦੇ ਸਨ, ਰੱਬ ਦੇ ਘਰ ਦੀਆਂ ਗੱਲਾਂ ਕਰਿਆ ਕਰਦੇ ਸਨ ਦੋਵੇਂ ਇਕੱਠੇ ਹੋ ਕੇ। ਤੇ ਇੱਕ ਦਿਨ ਭਗਤ ਤ੍ਰਿਲੋਚਨ ਜੀ ਜਦੋਂ ਸਾਧ ਸੰਗਤ ਜੀ ਉਹ ਨਾਮਦੇਵ ਜੀ ਹੋਰਾਂ ਨੂੰ ਮਿਲਣ ਦੇ ਵਾਸਤੇ ਗਏ ਨਾ, ਤੇ ਅੱਗੇ ਭਗਤ ਨਾਮਦੇਵ ਜੀ ਕੱਪੜੇ ਦਾ ਕੰਮ ਕਰਿਆ ਕਰਦੇ ਸਨ, ਸਾਧ ਸੰਗਤ ਜੋ ਕੱਪੜੇ ਸੀਵਣ ਦਾ ਕੰਮ ਕਰਿਆ ਕਰਦੇ ਸੀ। ਤੇ ਉਹਨਾਂ ਨੇ ਆਪਣਾ ਕੰਮ ਕਰਨਾ ਨਾ ਛੱਡਿਆ। ਭਗਤ ਨਾਮਦੇਵ ਜੀ ਹੋਰਾਂ ਨੇ ਆਪਣਾ ਕੰਮ ਕਰਨਾ ਨਾ ਛੱਡਿਆ। ਤੇ ਜਦੋਂ ਥੋੜ੍ਹਾ ਚਿਰ ਬੈਠਿਆਂ ਭਗਤ ਤ੍ਰਿਲੋਚਨ ਜੀ ਹੋਰਾਂ ਨੂੰ ਹੋ ਗਿਆ ਨਾ, ਤੇ ਭਗਤ ਨਾਮਦੇਵ ਜੀ ਹੋਰਾਂ ਨੇ ਉਹਨਾਂ ਵੱਲ ਕੋਈ ਧਿਆਨ ਹੀ ਨਾ ਦਿੱਤਾ।
ਤੇ ਉਦੋਂ ਫਿਰ ਭਗਤ ਨਾਮ ਤਰਲੋਚਨ ਜੀ ਹੋਰਾਂ ਨੇ ਆਖਿਆ, ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ, ਕਾਹੇ ਛਿਪਹੁ ਛਾਏ ਲੈ ਰਾਮ ਨਾ ਲਾਵੋ ਚੀਤ। ਤਰਲੋਚਨ ਜੀ ਆਖਣ ਲੱਗੇ, ਓਏ ਛਿੰਬਿਆ, ਉਹ ਤੂੰ ਮਾਇਆ ਦਾ ਲੋਭੀ ਹੋ ਗਿਆ, ਤੈਨੂੰ ਮਾਇਆ ਨੇ ਤੇ ਨਹੀਂ ਮੋਹ ਲਿਆ ਕਿਧਰੇ, ਤੂੰ ਕੰਮ ਛੱਡਦਾ ਹੀ ਨਹੀਂ ਪਿਆ। ਮੈਂ ਆ ਕੇ ਬੈਠਾ ਹੋਇਆ, ਕਿੰਨਾ ਚਿਰ ਹੋ ਗਿਆ ਮੈਨੂੰ ਆ ਕੇ ਬੈਠੇ ਆ, ਤੇ ਤੂੰ ਮੇਰਾ ਧਿਆਨ ਹੀ ਨਹੀਂ ਦਿੱਤਾ ਵੀ ਜਾਂ ਤਾਂ ਮੈਂ ਉੱਠ ਕੇ ਚਲਾ ਜਾਵਾਂ ਤੇ ਜਾਂ ਮੇਰੇ ਨਾਲ ਗੱਲਾਂ ਬਾਤਾਂ ਕਰ। ਲੱਗਦਾ ਤੈਨੂੰ ਮਾਇਆ ਨਾਲ ਪਿਆਰ ਹੋ ਗਿਆ, ਤੇ ਤੂੰ ਇਹ ਸੋਚ ਰਿਹਾ ਵੀ ਜਿੰਨਾ ਕੰਮ ਹੋ ਜਾਏ ਓਨਾ ਹੀ ਥੋੜ੍ਹਾ। ਤੇ ਫਿਰ ਸਾਧ ਸੰਗਤ ਜੀ, ਉਹ ਭਗਤ ਨਾਮਦੇਵ ਜੀ ਹੋਰਾਂ ਨੇ ਉਦੋਂ ਇਹ ਸ਼ਬਦ ਉਚਾਰਨ ਕੀਤਾ। ਤੇ ਭਗਤ ਨਾਮਦੇਵ ਜੀ ਆਖਦੇ ਨੇ, ਤਰਲੋਚਨ ਜੀ, ਜਿਵੇਂ ਉਸ ਸੁਨਿਆਰ ਦਾ ਧਿਆਨ ਗਹਿਣੇ ਘੜਦਿਆਂ ਹੋਇਆਂ, ਭਾਵੇਂ ਸੁਨਿਆਰ ਸਾਡੇ ਨਾਲ ਗੱਲਾਂ ਵੀ ਕਰਦਾ ਹੈ, ਪਰ ਅਸਲ ਉਹਦਾ ਧਿਆਨ ਜਿਹੜਾ ਉਹ ਆਪਣੇ ਕੰਮ ਦੇ ਵਿੱਚ ਹੁੰਦਾ ਹੈ, ਉਹ ਸੋਨੇ ਦੀ ਕਢਾਈ ਦੇ ਵਿੱਚ ਹੁੰਦਾ ਹੈ। ਮਤਾਂ ਕਿਤੇ ਕੋਈ ਨੁਕਸਾਨ ਨਾ ਹੋ ਜਾਏ, ਕੋਈ ਡਿਜ਼ਾਈਨ ਚੰਗਾ ਨਾ ਪਵੇ। ਵੇਖਦੇ ਆ ਨਾ ਸਾਧ ਸੰਗਤ ਜੀ, ਉਹ ਸੋਨੇ 'ਤੇ ਕਿੰਨੀ ਬਰੀਕ ਮੀਨਾਕਾਰੀ ਕੀਤੀ ਹੁੰਦੀ ਹੈ, ਕਿੰਨੀ ਬਰੀਕ ਨਕਾਸ਼ੀ ਕੀਤੀ ਹੁੰਦੀ ਹੈ ਸੋਨੇ 'ਤੇ। ਤੇ ਜੇ ਸੁਨਿਆਰ ਆਪਣਾ ਧਿਆਨ ਆਸੇ-ਪਾਸੇ ਕਰ ਲਵੇ ਤੇ ਉਹ ਸੋਨੇ ਦੇ ਉੱਤੇ ਬਰੀਕ ਨਕਾਸ਼ੀ, ਬਰੀਕ ਮੀਨਾਕਾਰੀ ਕਰਨੀ ਉਹਦੇ ਵਾਸਤੇ ਅਸੰਭਵ ਹੋ ਜਾਏਗੀ। ਤੇ ਭਗਤ ਨਾਮਦੇਵ ਜੀ ਆਖਣ ਲੱਗੇ, ਤਰਲੋਚਨ ਜੀ, ਇਸ ਤਰ੍ਹਾਂ ਉਸ ਪ੍ਰਭੂ ਦੇ ਧਿਆਨ ਨੂੰ, ਪ੍ਰਭੂ ਦੇ ਗਿਆਨ ਨੂੰ ਮਨ ਦੇ ਵਿੱਚ ਰੱਖੋ ਕਿ ਜਿਸ ਤਰ੍ਹਾਂ ਉਹ ਸੁਨਿਆਰ ਸਾਡੇ ਨਾਲ ਗੱਲਾਂ ਕਰਦਾ ਹੋਇਆ ਵੀ, ਸਾਨੂੰ ਚਾਹ ਪਾਣੀ ਛਕਾਉਂਦਾ ਹੋਇਆ ਵੀ, ਆਪਣਾ ਧਿਆਨ ਮੁਕੰਮਲ ਰੂਪ ਦੇ ਵਿੱਚ ਆਪਣੇ ਕੰਮ ਵੱਲ ਰੱਖਦਾ ਹੈ। ਤੇ ਭਗਤ ਨਾਮਦੇਵ ਜੀ, ਸਾਧ ਸੰਗਤ ਜੀ, ਉਹ ਹੋਰ ਵੀ ਕੁਝ ਮਿਸਾਲਾਂ ਦੇ ਰਹੇ ਨੇ। ਤੇ ਅੱਜ ਸਾਧ ਸੰਗਤ ਜੀ, ਉਹ ਕੇਵਲ ਸ਼ਬਦ ਵਿਚਾਰ ਕਰਾਂਗੇ ਆਪਾਂ। ਅੱਜ ਇਤਿਹਾਸ ਨਹੀਂ ਆਪਾਂ ਕਥਨ ਕਰਨਾ। ਕੱਲ੍ਹ ਤੋਂ ਇਤਿਹਾਸ ਨਵਾਂ ਜਿਹੜਾ ਪ੍ਰਸੰਗ ਸ਼ੁਰੂ ਹੋਇਆ, ਮੱਝਾਂ ਚਾਰਨ ਵਾਲਾ, ਖੇਤੀ ਕਰਨ ਵਾਲਾ, ਉਹ ਸਾਧ ਸੰਗਤ ਜੀ, ਉਹ ਨਵਾਂ ਪ੍ਰਸੰਗ ਆਪਾਂ ਕੱਲ੍ਹ ਤੋਂ ਸ਼ੁਰੂ ਕਰਾਂਗੇ। ਤੇ ਅੱਜ ਆਪਾਂ ਇਹ ਵਿਚਾਰ ਕਰੀਏ ਵੀ ਜੋ ਕੁਝ ਅਸੀਂ ਸੁਣਿਆ, ਜਾਂ ਜੋ ਕੁਝ ਅਸੀਂ ਇੱਥੋਂ ਸੁਣ ਕੇ ਜਾਣੇ ਆ, ਜਾਂ ਜੋ ਕੁਝ ਅਸੀਂ ਇੱਥੋਂ ਸੁਣਦੇ ਹਾਂ, ਆਪੋ ਆਪਣੇ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ, ਆਪੋ ਆਪਣੇ ਘਰੇਲੂ ਕੰਮ ਕਾਜ ਕਰਦਿਆਂ ਹੋਇਆਂ, ਆਪੋ ਆਪਣੇ ਸੰਸਾਰੀ ਕੰਮ ਕਾਜ ਕਰਦਿਆਂ ਹੋਇਆਂ, ਅਸੀਂ ਕਿਵੇਂ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਦੇ ਵਿੱਚ ਟਿਕਾ ਕੇ ਰੱਖਣਾ ਹੈ, ਕਿਵੇਂ ਅਸੀਂ ਗੁਰੂ ਕੇ ਪਾਵਨ ਬਚਨ ਦਾ ਲੜ ਫੜ ਕੇ ਰੱਖਣਾ ਹੈ, ਕਿਵੇਂ ਅਸੀਂ ਆਪਣੀ ਸੁਰਤ ਨੂੰ ਉਸ ਵਾਹਿਗੁਰੂ ਦੇ ਸ਼ਬਦ ਦੇ ਨਾਲ ਜੋੜ ਕੇ ਰੱਖਣਾ ਹੈ, ਤਾਂ ਕਿ ਸਾਡੇ ਮਨ ਦੇ ਵਿੱਚ ਸਦੀਵ ਉਸ ਪ੍ਰਭੂ ਦੀ ਯਾਦ ਬਣੀ ਰਵੇ। ਤੋ ਸਾਧ ਸੰਗਤ ਜੀ, ਭਗਤ ਨਾਮਦੇਵ ਜੀ ਇੱਕ ਹੋਰ ਮਿਸਾਲ ਦੇ ਕੇ ਸਾਨੂੰ ਸਮਝਾਉਂਦੇ ਨੇ। ਉਹ ਆਖਦੇ ਨੇ, ਆਨੀਲੇ ਕਾਗਦ ਕਾਟੀਲੇ ਗੁੱਡੀ, ਆਕਾਸ਼ ਮਧੇ ਭਰਮੀ ਅਲੇ, ਪੰਚ ਜਨਾ ਸਿਉ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ। ਭਗਤ ਜੀ ਫਰਮਾਨ ਕਰਦੇ ਹਨ, ਆਖਦੇ ਨੇ, ਹੇ ਤਰਲੋਚਨ, ਵੇਖ ਕਿ ਬੱਚੇ ਦੁਕਾਨੋਂ ਜਾ ਕੇ ਕਾਗਜ਼ ਲੈ ਕੇ ਆਉਂਦੇ ਨੇ, ਤੇ ਉਹਨਾਂ ਨੇ ਕਾਗਜ਼ ਲਿਆਂਦਾ, ਕਾਗਜ਼ ਲਿਆ ਕੇ ਇਕੱਠਿਆਂ ਨੇ, ਚੌਹਾਂ ਪੰਜਾਂ ਬੱਚਿਆਂ ਨੇ ਇਕੱਠਿਆਂ ਹੋ ਕੇ ਕਾਗਜ਼ ਲਿਆਂਦਾ। ਕਾਗਜ਼ ਲਿਆ ਕੇ ਉਹਦਾ ਪਤੰਗ ਬਣਾਇਆ, ਤੇ ਪਤੰਗ ਬਣਾ ਕੇ
उस पतंग नूं उड़ाउण दे वास्ते उहदे च डोर पाई ते डोर पा के उस पतंग नूं बच्चे चढ़ाउण दे वास्ते बाहर खुले थां लै गए। ते फिर जदों पतंग चढ़ाया तो पतंग बहुत उच्ची चढ़ गई। तो फिर साध संगत जीओ जदों सारी डोर मुक जाती है ना, साढ़े हत्थ दे विच जिन्नी भी साढ़े कोल डोर होवे वो जदों सारी मुक जाए तो फिर बच्चे उस पतंग नूं डोरी दे जरिए काबू करके ते आपस दे विच गल्लां भी करते रहिंदे ने, आपस दे विच खुश भी हुंदे रहिंदे ने भी साडी पतंग बड़ी उच्ची चढ़ गई है। इत्यादक ऐसियां गल्लां बच्चे करते ने आपस दे विच। पर जिहड़ा बच्चा जिहदे हत्थ च डोरी हुंदी है ना साध संगत जीओ, जिस बच्चे दे हत्थ च पतंग दी डोर हुंदी है तो साध संगत जीओ वो बच्चा अपने साथियों के नाल गल्लां बातां भी करता है, वो खुश भी हुंदा रहिंदा भी पतंग अपनी किन्नी उच्ची चढ़ गई है। पर उहदा ध्यान साध संगत जीओ जिहड़ा उस बच्चे का ध्यान हुंदा है ना, वो भगत जी आखदे ने भी ध्यान बच्चे का उस डोर दे विच हुंदा, मतां ढिल्ली पै जाए, मतां हत्थों खिसक जाए, मतां गलती दे नाल डोर टुट जाए, उस बच्चे का ध्यान मुकम्मल रूप दे विच साध संगत जी डोर दे नाल जुड़िया होया हुंदा है। भावें कि वो अपने दोस्तां दे नाल सज्जणां दे नाल गल्लां बातां भी करदा है। ते भगत जी आखदे ने जिस तरह वो बच्चा अपने दोस्तां दे नाल गल्लां बातां करदा है ते भगत जी आखदे ने बिल्कुल इसे तरह असीं अमृत वेले जिहड़ा बचन सुनिया ना सतगुरां दा, सबना जियां का एक दाता सो मैं विसर ना जाई, ते भगत जी आखदे ने उस बचन नूं असीं घुट के अपने मन दे नाल फड़ के रखना है। घर दे काम भी करने ने, आए गए दे नाल गलबात भी करनी है, पर भगत जी आखदे ने फड़ के असीं गुरु दे शब्द नूं रखना है। जिवें बच्चे पतंग दी डोर फड़ के रखते ने ना, बिल्कुल इसे तरह साध संगत जो फड़ के असीं गुरु दे बचन नूं रखना है, फड़ के असीं शब्द नूं रखना है। ते भगत जी एक होर मिसाल दिंदियां होइयां सानूं समझा रहे ने, वो आखदे ने आनीले कुंभ भराईले उदक राज कुआर पुरंदरिए हस्त विनोद विचार करती है चीत सो गागर राखी वाले। भगत जी आखदे ने कि हे त्रिलोचन वेख, जदों राज कुआर दा भाव हुंदा है कुआरियां लड़कियां नौजवान बच्चियां जदों कट्ठियां हो के खूह तो पानी भरन जांदियां ने। साध संगत जी पुरातन समयां च अज कल तां चलो साडे घरां दे विच ही पानी दा प्रबंध हो गया है, पर पुरातन समयां दे विच साध संगत जी जिहड़ा पानी असीं बाहर खूहां तो लैके आउंदे सां ते पानी लियाउण दी जिहड़ी घर दे विच ड्यूटी हुंदी सी, वो जवान बच्चियां दी, जवान लड़कियां दी, आंढ गुआंढ दीयां जिहड़ियां बच्चियां हुंदियां सन वो रल के खूह तो जाके पानी भर के लियाउंदियां सी। ये ड्यूटी उन्हां दी हुंदी सी।
ਤੇ ਭਗਤ ਜੀ ਆਖਦੇ ਨੇ ਆਨੀਲੇ ਕੁੰਭ ਆਪੋ ਆਪਣੇ ਘਰਾਂ ਚੋਂ ਘੜੇ ਚੁੱਕੇ ਤੇ ਤੁਰ ਪਈਆਂ ਖੂਹ ਤੇ ਪਾਣੀ ਭਰਨ ਦੇ ਵਾਸਤੇ। ਤੇ ਖੂਹ ਤੇ ਪਹੁੰਚ ਕੇ ਪਾਣੀ ਭਰਿਆ ਘੜਿਆਂ ਦੇ ਵਿੱਚ। ਤੇ ਜਦੋਂ ਘੜਿਆਂ ਦੇ ਵਿੱਚ ਪਾਣੀ ਭਰਿਆ, ਮੁੜ ਘੜਿਆਂ ਨੂੰ ਸਿਰ ਤੇ ਧਰਿਆ। ਤੇ ਜਦੋਂ ਵਾਪਸ ਆਉਂਦੀਆਂ ਨੇ ਉਹ ਨੌਜਵਾਨ ਬੱਚੀਆਂ ਪਾਣੀ ਦੇ ਘੜੇ ਭਰ ਕੇ, ਤੇ ਭਗਤ ਜੀ ਆਖਦੇ ਨੇ ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਅਲੇ। ਭਗਤ ਜੀ ਆਖਦੇ ਨੇ ਉਹ ਹਸਤ ਵਿਨੋਦ ਵਿਚਾਰ ਕਰਤੀ ਹੈ, ਆਪਸ ਦੇ ਵਿੱਚ ਹੱਸਦੀਆਂ ਵੀ ਨੇ, ਹਾਸੇ ਠੱਠੇ ਦੀਆਂ ਗੱਲਾਂ ਵੀ ਕਰਦੀਆਂ ਨੇ, ਤੇ ਕਈ ਗੰਭੀਰ ਵਿਚਾਰਾਂ ਵੀ ਕਰਦੀਆਂ ਨੇ। ਪਰ ਉਹਨਾਂ ਦਾ ਜਿਹੜਾ ਚਿੱਤ ਸਾਧ ਸੰਗਤ ਜੀ ਉਹ ਚੀਤ ਸੋ ਗਾਗਰ ਰਾਖੀ ਅਲੇ। ਉਹਨਾਂ ਦਾ ਜਿਹੜਾ ਚਿੱਤ ਮੁਕੰਮਲ ਰੂਪ ਦੇ ਵਿੱਚ ਉਹ ਜਿਹੜੇ ਉਹਨਾਂ ਨੇ ਘੜੇ ਸਿਰਾਂ 'ਤੇ ਰੱਖੇ ਹੁੰਦੇ ਨੇ ਨਾ ਸਾਧ ਸੰਗਤ ਜੀ, ਉਹ ਗਾਗਰਾਂ ਹੋ ਗਈਆਂ, ਘੜੇ ਹੋ ਗਏ। ਉਹਨਾਂ ਘੜਿਆਂ ਦੇ ਵਿੱਚ ਜਾਂ ਉਹਨਾਂ ਗਾਗਰਾਂ ਦੇ ਵਿੱਚ ਉਹਨਾਂ ਬੱਚੀਆਂ ਦਾ ਧਿਆਨ ਮੁਕੰਮਲ ਰੂਪ ਦੇ ਵਿੱਚ ਹੁੰਦਾ ਹੈ ਵੀ ਮੈਂ ਤਾਂ ਸਿਰੋਂ ਡਿੱਗ ਨਾ ਜਾਣ, ਮੈਂ ਤਾਂ ਸਿਰੋਂ ਘੜਾ ਡਿੱਗ ਪਿਆ ਤੇ ਡਿੱਗ ਕੇ ਟੁੱਟ ਗਿਆ ਤੇ ਘਰ ਜਾ ਕੇ ਮਾਂ ਤੋਂ ਝਿੜਕਾਂ ਪੈਣਗੀਆਂ ਵੀ ਘੜਾ ਤੋੜ ਆਈ ਹੈ, ਰਾਹ 'ਚ ਧਿਆਨ ਕਿੱਥੇ ਸੀ ਤੇਰਾ। ਤਾਂ ਸਾਧ ਸੰਗਤ ਜੀ ਭਗਤ ਜੀ ਆਖਦੇ ਨੇ ਉਹਨਾਂ ਨੌਜਵਾਨ ਬੱਚੀਆਂ ਦਾ ਧਿਆਨ ਮੁਕੰਮਲ ਰੂਪ ਦੇ ਵਿੱਚ ਉਹਨਾਂ ਘੜਿਆਂ ਦੇ ਵਿੱਚ ਜਾਂ ਉਹਨਾਂ ਗਾਗਰਾਂ ਦੇ ਵਿੱਚ ਹੁੰਦਾ ਹੈ, ਮਤਾ ਉਹ ਡਿੱਗ ਨਾ ਜਾਣ। ਸਾਧ ਸੰਗਤ ਜੀ ਉਹ ਰਾਜਸਥਾਨ ਵਰਗੇ ਜਿਹੜੇ ਪਾਣੀ ਦੀ ਥੁੜ ਵਾਲੇ ਇਲਾਕੇ ਨੇ, ਉਹਨਾਂ ਪ੍ਰਦੇਸ਼ਾਂ ਦੇ ਵਿੱਚ ਤੇ ਸਾਧ ਸੰਗਤ ਜੀ ਉਹ ਇੱਕ ਤੋਂ ਵਧੇਰੇ 2-2 3-3 ਗਾਗਰਾਂ ਵੀ ਸਿਰ ਤੇ ਬੱਚੀਆਂ ਨੇ ਰੱਖੀਆਂ ਹੁੰਦੀਆਂ ਨੇ, ਔਰਤਾਂ ਨੇ ਰੱਖੀਆਂ ਹੁੰਦੀਆਂ ਨੇ ਵੀ ਇੱਕੋ ਗੇੜੇ ਦੇ ਵਿੱਚ ਵੀ ਚੋਖਾ ਪਾਣੀ ਆ ਜਾਏ, ਦੁਬਾਰਾ ਗੇੜਾ ਨਾ ਲਾਉਣਾ ਪਵੇ। ਜੇ ਦੂਰੋਂ ਕਿਤੋਂ ਪਾਣੀ ਲੈਣ ਜਾਣਾ ਹੈ ਤੇ ਸਾਧ ਸੰਗਤ ਜੀ ਉਹ ਗਾਗਰਾਂ ਇੱਕ ਦੀ ਬਜਾਏ 2 3 4 ਵੀ ਹੋ ਸਕਦੀਆਂ ਨੇ। ਤੇ ਜੇ 4 ਗਾਗਰਾਂ ਸਿਰ ਤੇ ਰੱਖੀਆਂ ਹੋਈਆਂ ਨੇ ਤੇ ਸਾਧ ਸੰਗਤ ਜੀ ਉਹ ਜੇ ਮੁਕੰਮਲ ਰੂਪ ਦੇ ਵਿੱਚ ਧਿਆਨ ਨਹੀਂ ਨਾ ਹੈਗਾ ਤੇ ਭਗਤ ਜੀ ਆਖਦੇ ਨੇ ਉਹ ਗਾਗਰ ਸਿਰ ਤੇ ਟਿਕ ਨਹੀਂ ਸਕਦੀ ਜੇ ਸਾਡਾ ਧਿਆਨ ਕਿਸੇ ਹੋਰ ਪਾਸੇ ਵੇ। ਤੇ ਭਗਤ ਜੀ ਆਖਦੇ ਨੇ ਜਿਵੇਂ ਉਹ ਨੌਜਵਾਨ ਬੱਚੀਆਂ ਆਪਣਾ ਧਿਆਨ ਮੁਕੰਮਲ ਰੂਪ ਦੇ ਵਿੱਚ ਉਹਨਾਂ ਗਾਗਰਾਂ ਦੇ ਵਿੱਚ ਟਿਕਾ ਕੇ ਰੱਖਦੀਆਂ ਨੇ, ਤੇ ਸਾਨੂੰ ਵੀ ਚਾਹੀਦਾ ਇਸੇ ਤਰ੍ਹਾਂ ਕੰਮਕਾਰ ਕਰਦਿਆਂ, ਖਾਂਦਿਆਂ ਪੀਂਦਿਆਂ, ਕਿਸੇ ਨਾਲ ਗੱਲਬਾਤ ਕਰਦਿਆਂ ਆਪਣਾ ਜਿਹੜਾ ਧਿਆਨ ਉਹ ਅੰਤਰਮੁਖੀ ਕਰਕੇ ਸ਼ਬਦ ਦੇ ਨਾਲ ਵਾਹਿਗੁਰੂ 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 ਦੇ ਨਾਲ ਜੋੜ ਕੇ ਰੱਖਣ ਦਾ ਯਤਨ ਕਰਨਾ ਚਾਹੀਦਾ। ਤੇ ਸਾਧ ਸੰਗਤ ਜੋ ਭਗਤ ਨਾਮਦੇਵ ਜੀ ਇੱਕ ਹੋਰ ਮਿਸਾਲ ਦੇ ਕੇ ਸਾਨੂੰ ਸਮਝਾ ਰਹੇ ਨੇ। ਉਹ ਆਖਦੇ ਨੇ ਮੰਦਰ ਏਕ द्वार 10 जाके गऊ चरावन छाड़िए ले 5 कोस पर गऊ चरावत चीत सो बछरा राखिए ले। भगत जी आखद ने हे तरलोचन एक घर ऐसा है जिस दे 10 दरवाजे ने 10 ਤੇ ਉਹਨਾਂ 10 ਦਰਵਾਜ਼ਿਆਂ ਵਾਲੇ ਘਰ ਦੇ ਵਿੱਚੋਂ ਮਨੁੱਖ ਗਊਆਂ
ਚਰਨ ਦੇ ਵਾਸਤੇ ਛੱਡਦਾ, ਉਹ ਗਊਆਂ ਚਰਦੀਆਂ ਨੇ, ਬਾਹਰ ਜਾ ਕੇ ਚਰਦੀਆਂ ਨੇ। ਤੇ ਪਰ ਭਗਤ ਜੀ ਆਖਦੇ ਨੇ ਜਿਸ ਗਊ ਦਾ ਵੱਛਾ ਘਰ ਰਹਿ ਜਾਂਦਾ ਨਾ, ਜਿਹੜੀ ਕੋਈ ਸੱਜਰ ਸੂਈ ਗਾਂ ਹੋਵੇ ਤੇ ਉਹਦਾ ਵੱਛਾ ਰਹਿ ਗਿਆ ਘਰ। ਤੇ ਸਾਧ ਸੰਗਤ ਜਿਉ ਅਸੀਂ ਵੇਖਦੇ ਹਾਂ ਵੀ ਉਹ ਮੱਝਾਂ ਜਾਂ ਗਾਵਾਂ ਜਿਹੜੀਆਂ ਸੱਜਰ ਸੂਈਆਂ ਹੋਣ, ਉਹ ਅਸੀਂ ਬਾਹਰ ਜਦੋਂ ਚਰਨ ਦੇ ਵਾਸਤੇ ਲੈ ਜਾਂਦੇ ਹਾਂ ਤੇ ਉਹ ਭੱਜ ਭੱਜ ਕੇ ਘਰ ਨੂੰ ਮੁੜਦੀਆਂ ਨੇ। ਜਿਹੜੀਆਂ ਮੱਝਾਂ ਜਾਂ ਗਾਵਾਂ ਸੱਜਰ ਸੂਈਆਂ ਹੋਣ, ਤਾਜ਼ੀਆਂ ਸੂਈਆਂ ਹੋਣ, ਤੇ ਉਹਨਾਂ ਨੂੰ ਬਾਹਰ ਚਰਨ ਦੇ ਵਾਸਤੇ ਸਾਧ ਸੰਗਤ ਜੀ ਜਦੋਂ ਛੱਡਿਆ ਜਾਏ ਤਾਂ ਭੱਜ ਭੱਜ ਕੇ ਘਰ ਨੂੰ ਮੁੜਦੀਆਂ ਨੇ, ਕਿਉਂਕਿ ਉਹਨਾਂ ਦਾ ਜਿਹੜਾ ਕੱਟਾ ਜਾਂ ਵੱਛਾ ਉਹ ਘਰ ਹੁੰਦਾ, ਧਿਆਨ ਉਹਨਾਂ ਦਾ ਆਪਣੇ ਨਵੇਂ ਜੰਮੇ ਬੱਚੇ ਦੇ ਵਿੱਚ ਹੁੰਦਾ। ਤੇ ਭਗਤ ਜੀ ਆਖਦੇ ਨੇ ਬਿਲਕੁਲ ਇਸੇ ਤਰ੍ਹਾਂ ਅਸੀਂ ਆਪਣਾ ਧਿਆਨ ਗੁਰੂ ਦੇ ਪਾਵਨ ਬਚਨ ਦੇ ਨਾਲ ਜੋੜ ਕੇ ਅਜੱਪਾ ਜਾਪ ਚੱਲ ਪੈਂਦਾ ਸਾਧ ਸੰਗਤ ਜੀ। ਜਦੋਂ ਅਸੀਂ ਰਸਨਾ ਦੇ ਨਾਲ ਨਿਰੰਤਰ ਵਾਹਿਗੁਰੂ 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 ਜਪਦੇ ਹਾਂ ਨਾ, ਤੇ ਸਾਧ ਸੰਗਤ ਜੀ ਉਹ ਜਿਵੇਂ ਅਸੀਂ ਜੋ ਕੁਝ ਖਾਂਦੇ ਹਾਂ ਸਵਾਦ ਦੇ ਨਾਲ ਖਾਈਏ ਤੇ ਉਹ ਸਾਡੇ ਅੰਦਰ ਜਾਂਦਾ ਰਹਿੰਦਾ ਹੈ। ਤੇ ਬਿਲਕੁਲ ਰਸਨਾ ਦੇ ਨਾਲ ਜੇਕਰ ਅਸੀਂ ਨਾਮ ਜਪੀਏ, ਜੇਕਰ ਅਸੀਂ ਵਾਹਿਗੁਰੂ 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 ਜਪੀਏ, ਤੇ ਉਹਦਾ ਵੀ ਰਸ ਸਾਧ ਸੰਗਤ ਜੀ ਸਾਡੇ ਹਿਰਦੇ ਰੂਪ ਘਰ ਦੇ ਵਿੱਚ ਜਾਂਦਾ ਰਹਿੰਦਾ। ਤੇ ਹਿਰਦੇ ਦਾ ਸੁਭਾਅ ਐਸਾ ਹੋ ਜਾਂਦਾ ਹੈ ਕਿ ਫਿਰ ਉਠਤ ਬੈਠਤ ਸੋਵਤ ਨਾਮ, ਫਿਰ ਉੱਠਦਿਆਂ ਵੀ ਵਾਹਿਗੁਰੂ, ਬਹਿੰਦਿਆਂ ਵੀ ਵਾਹਿਗੁਰੂ, ਸੁੱਤਿਆਂ ਵੀ ਉਸ ਪ੍ਰਮਾਤਮਾ ਦੀ ਅਰਾਧਨਾ। ਤੇ ਪਾਤਸ਼ਾਹ ਜੀ ਆਖਦੇ ਨੇ ਅਜੱਪਾ ਜਾਪ ਜਦੋਂ ਬਣ ਜਾਂਦਾ ਨਾ ਸਾਧ ਸੰਗਤ ਜੀ ਉਹ ਨਾਮ, ਤੇ ਫਿਰ ਚੀਤ ਸੋ ਬਛਰਾ ਰਾਖੀ ਅਲੇ, ਫਿਰ ਭਾਵੇਂ ਉਹ ਗਊ ਜਿੰਨੀ ਮਰਜ਼ੀ ਘਰੋਂ ਦੂਰ ਚਲੀ ਜਾਏ, ਧਿਆਨ ਉਹਦਾ ਆਪਣੇ ਨਵ ਜੰਮੇ ਬੱਚੇ ਦੇ ਵਿੱਚ ਹੀ ਰਹਿੰਦਾ ਵੀ ਉਹ ਘਰ ਹੈ। ਤੇ ਭਗਤ ਜੀ ਆਖਦੇ ਨੇ ਬਿਲਕੁਲ ਇਸੇ ਤਰ੍ਹਾਂ ਸਾਨੂੰ ਯਤਨ ਕਰਨਾ ਚਾਹੀਦਾ, ਅਰਦਾਸ ਕਰਨੀ ਚਾਹੀਦੀ ਉਸ ਨਿਰੰਕਾਰ ਪ੍ਰਭੂ ਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਸਾਡੀ ਵੀ ਐਸੀ ਅਵਸਥਾ ਬਣੇ ਕਿ ਅਸੀਂ ਕੁਝ ਵੀ ਕਰਦਿਆਂ ਹੋਇਆਂ ਤੇਰੇ ਨਾਲ ਜੁੜੇ ਰਹੀਏ। ਤੇ ਭਗਤ ਜੀ ਆਖਦੇ ਨੇ ਇੱਕ ਹੋਰ ਮਿਸਾਲ ਦੇ ਕੇ ਭਗਤ ਜੀ ਸਮਝਾ ਰਹੇ ਨੇ। ਉਹ ਆਖਦੇ ਨੇ ਕਹਿਤ ਨਾਮ ਦਿਓ ਸੁਨੋ ਤਿਲੋਚਨ, ਬਾਲਕ ਪਾਲਨ ਪੌੜੀ ਵਾਲੇ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੋ ਬਾਰਕ ਰਾਖੀ ਵਾਲੇ। ਹੁਣ ਭਗਤ ਨਾਮਦੇਵ ਜੀ ਇੱਕ ਹੋਰ ਮਿਸਾਲ ਦੇ ਕੇ ਸਮਝਾ ਰਹੇ ਨੇ। ਉਹ ਆਖਦੇ ਨੇ ਜਿਵੇਂ ਕਿਸੇ ਔਰਤ ਦੇ ਨਵ ਜੰਮਿਆ ਬਾਲ ਹੋਵੇ, ਘਰ ਦੇ ਵਿੱਚ ਕੋਈ ਬੱਚਾ ਹੋਵੇ ਐਸਾ ਜਿਹੜਾ ਹੁਣੇ ਹੀ ਜੰਮਿਆ ਹੋਵੇ, ਤੇ ਭਗਤ ਜੀ ਆਖਦੇ ਨੇ ਉਸ ਬੱਚੇ ਨੂੰ ਪਾਲਣੇ ਦੇ ਵਿੱਚ ਰੱਖ ਕੇ, ਪੀਂਘੇ ਦੇ ਵਿੱਚ ਪਾ ਕੇ ਜਾਂ ਮੰਜੇ ਤੇ ਸੁਆ ਕੇ ਉਹ ਮਾਂ ਘਰ ਦਾ ਕੰਮ ਕਾਜ ਕਰਦੀ ਏ, ਤੇ ਕੰਮ ਕਾਜ ਕਰਦਿਆਂ ਝਾੜੂ ਲਾਉਂਦਿਆਂ ਜਾਂ ਕੋਈ ਹੋਰ ਕੰਮ ਕਾਜ ਕਰਦਿਆਂ ਭਗਤ ਜੀ ਆਖਦੇ ਨੇ ਮਾਂ ਅੰਦਰੋਂ ਬਾਹਰ ਤੱਕ ਵੀ ਆ ਜਾਂਦੀ ਏ, ਗੇਟ ਤੱਕ ਵੀ ਆ ਗਈ, ਜੇ ਲੋੜ ਪਈ ਤੇ ਗੇਟੋਂ ਬਾਹਰ ਵੀ ਆ ਗਈ। ਪਰ ਭਗਤ ਜੀ ਆਖਦੇ ਨੇ ਅੰਤਰ ਬਾਹਰ ਕਾਜ ਵਿਰੋਧੀ, ਉਹ ਅੰਦਰ ਬਾਹਰ ਕਾਜ ਕੰਮ ਕਾਜ ਦੇ ਵਿੱਚ ਰੁੱਝੀ ਹੋਈ,
ਚੀਤ ਸੋ ਬਾਰਕ ਰਾਖੀ ਵਾਲੇ, ਉਹਦਾ ਜਿਹੜਾ ਚਿੱਤ ਹੁੰਦਾ ਹੈ ਉਹ ਬੱਚੇ ਦੇ ਵਿੱਚ ਹੁੰਦਾ ਹੈ। ਮਤਾ ਕਿਤੇ ਮੰਜੀ ਤੇ ਪਿਆ ਪੁੱਤਰ ਮੇਰਾ, ਮੰਜੀ ਤੇ ਪਈ ਏ ਧੀ ਮੇਰੀ, ਕਿਤੇ ਉਹ ਪਾਸਾ ਪਲਟੇ ਤੇ ਥੱਲੇ ਨਾ ਡਿੱਗ ਪਵੇ। ਪਾਲਣੇ ਦੇ ਵਿੱਚ ਪਈ ਏ ਮੇਰੀ ਬੱਚੀ, ਮੇਰਾ ਬੱਚਾ, ਉਹ ਕਿਤੇ ਮੰਜੇ ਦੇ ਸੰਘੇ ਨਾਲ ਲੱਤ ਫਸਾ ਕੇ ਪੀਂਘੇ ਦੇ ਵਿੱਚੋਂ ਬਾਹਰ ਹੀ ਨਾ ਡਿੱਗ ਪਵੇ। ਮਾਂ ਅੰਦਰ ਬਾਹਰ ਕੰਮ ਕਾਜ ਕਰਦਿਆਂ ਹੋਇਆਂ ਵੀ ਉਹਦਾ ਧਿਆਨ ਆਪਣੇ ਬੱਚੇ 'ਚ ਰਹਿੰਦਾ ਵੀ ਕਿਤੇ ਬੱਚਾ ਥੱਲੇ ਡਿੱਗ ਨਾ ਪਵੇ, ਮਤਾ ਕਿਤੇ ਥੱਲੇ ਡਿੱਗ ਪਵੇ ਤੇ ਉਹਦੇ ਕੋਈ ਸੱਟ ਲੱਗ ਜਾਏ। ਇਸ ਤਰ੍ਹਾਂ ਦਾ ਵਿਚਾਰ, ਇਸ ਤਰ੍ਹਾਂ ਦਾ ਧਿਆਨ ਸਾਧ ਸੰਗਤ ਜਿਉ ਮਾਂ ਦੇ ਹਿਰਦੇ ਦੇ ਵਿੱਚ ਹੁੰਦਾ, ਭਾਵੇਂ ਉਹ ਅੰਦਰ ਬਾਹਰ ਕੰਮ ਕਾਜ ਦੇ ਵਿੱਚ ਵੀ ਕਿਉਂ ਨਾ ਰੁੱਝੀ ਹੋਵੇ। ਤਾਂ ਭਗਤ ਜੀ ਆਖਦੇ ਨੇ ਜਿਵੇਂ ਇੱਕ ਮਾਂ ਕੰਮ ਕਾਜ ਕਰਦਿਆਂ ਹੋਇਆਂ, ਅੰਦਰ ਬਾਹਰ ਫਿਰਦਿਆਂ ਹੋਇਆਂ, ਚੀਤ ਸੋ ਬਾਰਕ ਰਾਖੀ ਵਾਲੇ, ਆਪਣਾ ਚਿੱਤ ਆਪਣੇ ਬੱਚੇ ਦੇ ਵਿੱਚ ਰੱਖਦੀ ਹੈ ਨਾ। ਤੇ ਭਗਤ ਜੀ ਆਖਦੇ ਨੇ ਸੁਨਹੁ ਤਿਲੋਚਨ, ਇਸ ਤਰ੍ਹਾਂ ਮਨ ਰਾਮ ਨਾਮਾ ਬੇਧੀ ਵਾਲੇ, ਬਿਲਕੁਲ ਇਸ ਤਰ੍ਹਾਂ ਆਪਣੇ ਮਨ ਨੂੰ ਬੇਧ ਲਓ ਉਸ ਵਾਹਿਗੁਰੂ ਦੇ ਨਾਮ ਦੇ ਨਾਲ, ਉਸ ਪਰਮਾਤਮਾ ਦੇ ਸਿਮਰਨ ਦੇ ਨਾਮ ਦੇ ਨਾਲ ਜੋੜ ਲਓ ਆਪਣੇ ਮਨ ਨੂੰ। ਜਦੋਂ ਮਨ ਜੁੜ ਜਾਏਗਾ ਨਾ ਤੇ ਫਿਰ ਸਾਧ ਸੰਗਤ ਜੀ, ਭਾਵੇਂ ਅਸੀਂ ਘਰ ਬੈਠੇ ਹਾਂ ਤੇ ਭਾਵੇਂ ਅਸੀਂ ਖੇਤਾਂ 'ਚ ਕੰਮ ਕਾਜ ਕਰ ਰਹੇ ਹਾਂ, ਭਾਵੇਂ ਅਸੀਂ ਕੋਈ ਵੀ ਕੰਮ ਕਾਜ ਕਰ ਰਹੇ ਹਾਂ, ਤੇ ਜਦੋਂ ਨਾਮ ਦੀ ਖੁਸ਼ਬੂ ਸਾਡੇ ਅੰਦਰੋਂ ਆਵੇਗੀ ਨਾ ਸਾਧ ਸੰਗਤ ਜੀ, ਉਹ ਨਾਮ ਦੀ ਖੁਸ਼ਬੂ, ਜਿਵੇਂ ਅਸੀਂ ਕੋਈ ਖੁਸ਼ਬੂਦਾਰ ਪਦਾਰਥ ਲਿਆ ਕੇ ਘਰ ਦੇ ਅੰਦਰ ਰੱਖ ਦਈਏ, ਉਹ ਪਿਆ ਤੇ ਇੱਕੋ ਹੀ ਥਾਂ ਤੇ ਹੁੰਦਾ ਨਾ ਸਾਧ ਸੰਗਤ ਜੀ। ਅਸੀਂ ਓਡੋਨਿਲ ਰੱਖਦੇ ਹਾਂ ਜਾਂ ਕੋਈ ਧੂਫ ਲਾਉਂਦੇ ਹਾਂ ਜਾਂ ਕੋਈ ਫ੍ਰੈਗਰੈਂਸ ਇਸਤੇਮਾਲ ਕਰਦੇ ਹਾਂ, ਤੇ ਉਹ ਪਿਆ ਤੇ ਸਾਧ ਸੰਗਤ ਜੋ ਇੱਕੋ ਹੀ ਥਾਂ ਤੇ ਹੁੰਦਾ। ਧੂਫ ਅਸੀਂ ਹੁਣ ਇੱਕ ਥਾਂ ਤੇ ਰੱਖਦੇ ਹਾਂ ਵੀ ਇੱਥੇ ਰੋਜ਼ਾਨਾ ਇੱਥੇ ਹੀ ਧੂਫ ਲਾਉਣੀ ਹੈ, ਉੱਥੇ ਹੀ ਲੱਗਦੀ ਹੈ। ਪਰ ਸਾਧ ਸੰਗਤ ਜੀ ਉਹਦੀ ਜਿਹੜੀ ਖੁਸ਼ਬੂ ਉਹ ਸਾਰੇ ਅੰਦਰ 'ਚ ਫੈਲ ਜਾਂਦੀ ਹੈ। ਧੂਫ ਦੀ ਖੁਸ਼ਬੂ, ਗੁਲਾਬ ਦੀ ਖੁਸ਼ਬੂ, ਓਡੋਨਿਲ ਦੀ ਖੁਸ਼ਬੂ, ਫ੍ਰੈਗਰੈਂਸ ਦੀ ਖੁਸ਼ਬੂ, ਉਹ ਸਾਧ ਸੰਗਤ ਜੀ ਜਿਵੇਂ ਸਾਰੇ ਅੰਦਰ 'ਚ ਫੈਲ ਜਾਂਦੀ ਹੈ ਨਾ। ਤੇ ਬਿਲਕੁਲ ਇਸੇ ਤਰ੍ਹਾਂ ਜਦੋਂ ਨਾਮ ਟਿਕ ਜਾਏਗਾ ਨਾ ਸਾਡੇ ਹਿਰਦੇ ਦੇ ਵਿੱਚ, ਜਦੋਂ ਟਿਕ ਜਾਏਗਾ ਨਾ ਸਾਡੇ ਮਨ ਦੇ ਵਿੱਚ, ਇਸ ਸਰੀਰ ਰੂਪ ਘਰ ਦੇ ਵਿੱਚ ਕਿਸੇ ਵੀ ਕੋਨੇ 'ਚ ਜਦੋਂ ਪ੍ਰਕਾਸ਼ ਹੋ ਜਾਏਗਾ ਨਾਮ, ਤੇ ਫਿਰ ਸਾਧ ਸੰਗਤ ਜੀ ਜਿਵੇਂ ਇੱਕ ਕੋਨੇ 'ਚ ਪਈ ਹੋਈ ਧੂਫ ਸਾਰੇ ਘਰ ਨੂੰ ਮਹਿਕਾ ਦਿੰਦੀ ਏ। ਤੇ ਪਾਤਸ਼ਾਹ ਜੀ ਆਖਦੇ ਨੇ ਬਿਲਕੁਲ ਇਸੇ ਤਰ੍ਹਾਂ ਉਸ ਵਾਹਿਗੁਰੂ ਦਾ ਨਾਮ ਸਾਡੇ ਹਿਰਦੇ ਦੇ ਵਿੱਚ ਜਦੋਂ ਟਿਕ ਜਾਏਗਾ ਨਾ, ਤੇ ਫਿਰ ਸਾਧ ਸੰਗਤ ਜੋ ਮਹਿਕ ਜਾਏਗਾ ਸਾਡਾ ਮਨ, ਟਹਿਕ ਜਾਏਗਾ ਸਾਡਾ ਤਨ, ਆਨੰਦ ਦੇ ਨਾਲ ਭਰ ਜਾਏਗਾ ਸਾਡਾ ਤਨ ਵੀ ਤੇ ਸਾਡਾ ਮਨ ਵੀ। ਤੋ ਸਾਧ ਸੰਗਤ ਜੀਓ, ਜੋ ਕੁਝ ਅਸੀਂ ਇੱਥੋਂ ਸੁਣ ਕੇ ਜਾਂਦੇ ਹਾਂ ਜਾਂ ਜੋ ਕੁਝ ਵੀ ਅਸੀਂ ਵਿਚਾਰਦੇ ਹਾਂ, ਸੁਣਦੇ ਹਾਂ, ਯਤਨ ਕਰਿਆ ਕਰੀਏ ਕੋਈ ਨਾ ਕੋਈ ਐਸੀ ਗੱਲ, ਐਸਾ ਕੋਈ ਸ਼ਬਦ ਆਪਣੇ ਮਨ 'ਚ ਟਿਕਾ ਲਈਏ ਤੇ ਬਾਰੰਬਾਰ ਉਹਦਾ ਜਾਪ ਕਰੀਏ, ਧਿਆਨ ਰੱਖੀਏ, ਤੇ ਫਿਰ ਵੇਖੋ ਸਾਧ ਸੰਗਤ ਜੀ ਐਸੀ ਅਵਸਥਾ ਬਣ ਜਾਏਗੀ ਜਦੋਂ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜਦੋਂ ਅਸੀਂ ਆਪਦਾ ਮੂਲ ਪਛਾਣ ਲਵਾਂਗੇ ਬਣ ਜਾਏਗੀ ਐਸੀ ਹਾਲਤ, ਸਾਡੀ ਐਸੀ ਅਵਸਥਾ ਬਣ ਜਾਏਗੀ। ਤੋ ਸਾਧ ਸੰਗਤ ਜੀ
ਸਤਿਗੁਰੂ ਜੀ ਐਸੀ ਰਹਿਮਤ ਬਖਸ਼ਿਸ਼ ਕਰਨ, ਐਸੀ ਅਵਸਥਾ ਸਾਡੀ ਬਣਾਉਣ ਕਿ ਸਾਡਾ ਮਨ ਵੀ ਉਸ ਰਾਮ ਦੇ ਨਾਮ ਦੇ ਵਿੱਚ ਰੰਗਿਆ ਜਾਏ, ਵਿੰਨਿਆ ਜਾਏ, ਵਿਧਿਆ ਜਾਏ ਉਸ ਪ੍ਰਭੂ ਦੇ ਨਾਮ ਦੇ ਨਾਲ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਾਧ ਸੰਗਤ ਜੋ ਕੱਲ੍ਹ ਤੋਂ ਆਪਾਂ ਸਤਿਗੁਰਾਂ ਦਾ ਜੀਵਨ ਹੀ ਵਿਚਾਰਾਂਗੇ, ਅਤੇ ਅੱਜ ਸ਼ਬਦ ਵਿਚਾਰ ਕਰਨ ਦਾ ਮਨ ਆਇਆ ਵੀ ਚਲੋ ਗੁਰ ਇਤਿਹਾਸ ਤੇ ਰੋਜ਼ ਹੀ ਵਿਚਾਰੀਦਾ, ਥੋੜ੍ਹਾ ਸ਼ਬਦ ਵੀ ਵਿਚਾਰ ਲਈਏ। ਤਾਂ ਇਸ ਕਰਕੇ ਸਾਧ ਸੰਗਤ ਜੋ ਅੱਜ ਆਪ ਜੀ ਦੇ ਨਾਲ ਸ਼ਬਦ ਵਿਚਾਰ ਦੀ ਸਾਂਝ ਪਾਈਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।